ਸਤਿ ਸ਼੍ਰੀ ਅਕਾਲ ਬੱਚਿਓ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ 8ਵੀਂ ਦੀ ਪੰਜਾਬੀ ਦੀ ਜਮਾਤ ਵਿੱਚ। ਤੇ ਅੱਜ ਅਸੀਂ ਕਰਾਂਗੇ ਲੈਸਨ ਨੰਬਰ 16 ਜਿਸ ਦਾ ਨਾਮ ਹੈ ਦਿਆਲੂ ਰਾਜਾ, ਜੋ ਕਿ ਇੱਕ ਕਵਿਤਾ ਹੈ। ਔਰ ਲੈਸਨ ਨੰਬਰ 15 ਮੈਂ ਵਿੱਚੋਂ ਛੱਡਿਆ ਹੈ। 14 ਤੱਕ ਅਸੀਂ ਕਰ ਚੁੱਕੇ ਹਾਂ ਫਸਟ ਟਰਮ ਦੇ ਵਿੱਚ, ਤੇ 15 ਲੈਸਨ ਜੋ ਹੈ ਉਹ ਐਕਟੀਵਿਟੀ ਲਈ ਹੈ। ਉਹ ਮੈਂ ਬਾਅਦ ਚੋਂ ਕਰਾਵਾਂਗੀ। ਜਿੰਨੇ ਵੀ ਐਕਟੀਵਿਟੀ ਲਈ ਲੈਸਨ ਛੱਡੇ ਨੇ ਉਹ ਮੈਂ ਸਭ ਦੀ ਐਕਟੀਵਿਟੀ ਤੁਹਾਨੂੰ ਬਾਅਦ ਚੋਂ ਕਰਾਵਾਂਗੀ, ਕਿਉਂਕਿ ਅਸੀਂ ਪਹਿਲੇ ਆਪਣਾ ਸਿਲੇਬਸ ਜੋ ਹੈ ਉਹ ਕੰਪਲੀਟ ਕਰ ਲਈਏ। ਤਾਂ ਅੱਜ ਅਸੀਂ ਕਰਾਂਗੇ ਦਿਆਲੂ ਰਾਜਾ ਕਵਿਤਾ ਹੈ, ਜੋ ਇਹ ਲਿਖੀ ਹੈ ਸੁਰਜੀਤ ਸਿੰਘ ਮਰਜਾਰਾ ਨੇ। ਤੇ ਇਸ ਕਵਿਤਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਦਿਆਲੂ ਰਾਜਾ ਕਿਹਾ ਗਿਆ ਹੈ, ਕਿਉਂਕਿ ਉਹਨਾਂ ਦੇ ਰਾਜ ਵੀ ਉਹ ਇੰਨੇ ਦਿਆਲੂ ਸੀ ਕਿ ਉਹਨਾਂ ਦੇ ਰਾਜ ਵਿੱਚ ਕੋਈ ਵੀ ਦੁਖੀ ਨਹੀਂ ਸੀ। ਤੇ ਉਹਨਾਂ ਬਾਰੇ ਬਹੁਤ ਸਾਰੀ ਕਹਾਣੀਆਂ ਵੀ ਪ੍ਰਚਲਿਤ ਨੇ ਕਿ ਉਹ ਕਿੰਨੇ ਉਦਾਰ ਦਿਲ ਰਾਜਾ ਸੀ ਤੇ ਉਹਨਾਂ ਦੇ ਰਾਜ ਵਿੱਚ ਕੋਈ ਵੀ ਦੁਖੀ ਨਹੀਂ ਸੀ, ਕਿਉਂਕਿ ਉਹ ਸਭ ਦੇ ਉੱਪਰ ਕੀ ਹੈ, ਦਇਆ ਕਰਦੇ ਸੀ। ਇਸ ਕਰਕੇ ਇਸ ਕਵਿਤਾ ਦਾ ਨਾਮ ਜੋ ਹੈ ਰੱਖਿਆ ਗਿਆ ਹੈ ਦਿਆਲੂ ਰਾਜਾ। ਤੇ ਮੈਂ ਕੁਝ ਔਖੇ ਅਕਸ਼ਰਾਂ ਦੇ ਜੋ ਮੀਨਿੰਗ ਨੇ ਉਹ ਨਾਲ ਹੀ ਲਿਖ ਦਿੱਤੇ ਨੇ ਕਵਿਤਾ ਦੇ ਵਿੱਚ, ਤੁਸੀਂ ਤਾਂ ਕਿ ਤੁਹਾਨੂੰ ਸਮਝਣ ਵਿੱਚ ਆਸਾਨੀ ਹੋਵੇ। ਤੇ ਅੱਜ ਅਸੀਂ ਕਵਿਤਾ ਪੜ੍ਹਦੇ ਹਾਂ ਤੇ ਨਾਲ ਨਾਲ ਇਸ ਦੀ ਕੀ ਹੈ ਵਿਆਖਿਆ ਵੀ ਕਰਾਂਗੇ। ਤੇ ਤੁਹਾਨੂੰ ਮੈਂ ਸਾਰ ਵੀ ਸੈਂਡ ਕਰਾਂਗੀ ਤਾਂ ਕਿ ਤੁਸੀਂ ਕਾਪੀ ਦੇ ਉੱਪਰ ਇਹਦਾ ਸਾਰ ਵੀ ਲਿਖ ਲਓ, ਠੀਕ ਹੈ। ਕਿਉਂਕਿ ਇਸ ਕਵਿਤਾ ਦਾ ਜੋ ਹੈ ਸਾਰ ਆਏਗਾ ਪੇਪਰ ਵਿੱਚ, ਤੇ ਬੁੱਕ ਪਾਰਟ ਅਸੀਂ ਕੱਲ੍ਹ ਕਰਾਂਗੇ। ਆਓ ਪੜ੍ਹਦੇ ਹਾਂ ਲੈਸਨ। ਇਹ ਕਵਿਤਾ ਹੈ ਸੁਰਜੀਤ ਸਿੰਘ ਮਰਜਾਰਾ ਦੀ ਲਿਖੀ ਹੋਈ। ਪੰਜ ਦਰਿਆ ਦੀ ਧਰਤ ਦਾ ਮਹਾਰਾਜਾ ਸੀ ਜੋ, ਨਾਂ ਜਿਸ ਦਾ ਰਣਜੀਤ ਸਿੰਘ ਸਭ ਦਾ ਮਹਿਰਮ ਉਹ। ਇੱਕ ਵਾਰੀ ਉਹ ਜਾ ਰਿਹਾ ਇੱਕ ਨਗਰ ਵਿਚਕਾਰ, ਜਿਸ ਥਾਂ ਉਸਨੂੰ ਲੋਕ ਸਨ ਕਰਦੇ ਬਹੁਤ ਪਿਆਰ। ਪੰਜ ਦਰਿਆ ਦੀ ਧਰਤੀ ਕਿਹਨੂੰ ਕਿਹਾ ਗਿਆ? ਪੰਜਾਬ ਨੂੰ। ਤੇ ਉੱਥੋਂ ਦਾ ਰਾਜਾ ਸੀਗਾ ਮਹਾਰਾਜਾ ਰਣਜੀਤ ਸਿੰਘ, ਤੇ ਉਸਦਾ ਨਾਮ ਸੀ ਰਣਜੀਤ। ਉਹ ਸਭ ਦਾ ਮਹਿਰਮ ਸੀ, ਯਾਨੀ ਕਿ ਸਭ ਦੇ ਦਿਲਾਂ ਵਿੱਚ ਵਸਦਾ ਸੀ, ਸਭ ਉਸਨੂੰ ਪਿਆਰ ਕਰਦੇ ਸੀ। ਇੱਕ ਵਾਰੀ ਉਹ ਇੱਕ ਨਗਰ ਦੇ ਵਿੱਚੋਂ ਲੰਘ ਰਿਹਾ ਸੀ। ਕਿਹੜਾ ਨਗਰ ਸੀ ਉਹ? ਜਿੱਥੋਂ ਦੇ ਲੋਕ ਉਸਨੂੰ ਬਹੁਤ ਸਾਰਾ ਪਿਆਰ ਕਰਦੇ ਸੀ। ਨੈਕਸਟ ਸਟੈਂਜਾ। ਇੱਕ ਪੱਥਰ ਆ ਡਿੱਗਿਆ ਉਸ ਥਾਂ ਉੱਤੇ ਆ, ਮਹਾਰਾਜੇ ਦੀ ਜਿਸ ਥਾਂ ਉੱਤੇ ਸਵਾਰੀ ਰਹੀ ਸੀ ਜਾ। ਕਿਉਂ ਤੇ ਕਿਸਨੇ ਕਿਸ ਲਈ, ਕਿਸ ਦੀ ਇਹ ਮਜਾਲ, ਸੈਨਾਪਤੀ ਸੀ ਪੁੱਛਦਾ ਸਭ ਨੂੰ ਗੁੱਸੇ ਨਾਲ। ਤਾਂ ਅਚਾਨਕ ਹੀ ਉੱਥੇ ਆ ਕੇ ਇੱਕ ਪੱਥਰ ਡਿੱਗਿਆ ਜਿੱਥੋਂ ਉਹਨਾਂ ਦੀ ਸਵਾਰੀ ਲੰਘ ਰਹੀ ਸੀ। ਤਾਂ ਇੱਕ ਸੈਨਾਪਤੀ ਗੁੱਸੇ ਦੇ ਨਾਲ ਪੁੱਛਦਾ ਹੈ ਕਿ ਇਹ ਕਿੱਥੋਂ ਆਇਆ, ਕਿਸ ਨੇ ਮਾਰਿਆ ਔਰ ਕਿਉਂ ਮਾਰਿਆ, ਕਿਸ ਦੀ ਜ਼ਰੂਰਤ ਹੋਈ ਹੈ, ਕਿਸ ਦੀ ਮਜਾਲ ਹੈ ਕਿ ਇੱਥੇ ਪੱਥਰ ਸੁੱਟੇ, ਠੀਕ ਹੈ। ਨੈਕਸਟ ਸਟੈਂਜਾ। ਮਹਾਰਾਜੇ ਪਰ ਆਖਿਆ ਧੀਰਜ ਥੋੜਾ ਰੱਖ, ਨਾ ਐਵੇਂ ਹੀ ਵਿਗੜ ਤੂੰ, ਨਾ ਵਿਗੜਿਆ ਕੱਖ। ਪੱਥਰ ਫੁੱਲ ਨੇ ਬਰਸਦੇ ਕਰਮਾ ਸੰਦੜਾ ਖੇਤ, ਖੋਜਣ ਤੇ ਲੱਭ ਪਵੇਗਾ ਜੋ ਇਸ ਪਿੱਛੇ ਭੇਤ। ਮਹਾਰਾਜ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਉਸਨੂੰ ਕਹਿੰਦੇ ਆ ਥੋੜਾ ਜਿਹਾ ਧੀਰਜ ਰੱਖ, ਹੌਸਲਾ ਰੱਖ, ਪਤਾ ਲੱਗ ਜਾਏਗਾ। ਨਾ ਤਾਂ ਕੁਝ ਵਿਗੜਿਆ ਹੈ ਉਸ ਪੱਥਰ ਨਾਲ ਸਾਡਾ, ਤੇ ਨਾ ਹੀ ਕੋਈ ਵਿਗਾੜ ਸਕਦਾ ਹੈ, ਤੂੰ ਐਵੇਂ ਹੀ ਗੁੱਸਾ ਨਾ ਕਰ। ਪੱਥਰ ਫੁੱਲ ਨੇ ਬਰਸਦੇ ਕਰਮਾ ਸੰਦੜਾ ਖੇਤ, ਕਿ ਪੱਥਰ ਔਰ ਫੁੱਲ ਵਰਸਣੇ ਤਾਂ ਕਿ ਸਾਡੇ ਕਰਮਾਂ ਵਿੱਚ ਲਿਖੇ ਹੁੰਦੇ ਨੇ ਕਿ ਅਸੀਂ ਪੱਥਰ ਖਾਣੇ ਨੇ ਜਾਂ ਫੁੱਲ ਖਾਣੇ ਨੇ, ਠੀਕ ਹੈ। ਤਾਂ ਲੱਭਣ ਤੇ ਲੱਭ ਹੀ ਪਵੇਗਾ ਕਿ ਇਹ ਪੱਥਰ ਕਿਸਨੇ ਮਾਰਿਆ ਹੈ, ਇਸ ਦਾ ਭੇਤ ਪਤਾ ਲੱਗ ਹੀ ਜਾਏਗਾ ਕਿ ਇਹ ਪੱਥਰ ਕਿਸਨੇ ਸੁੱਟਿਆ ਹੈ। ਨੈਕਸਟ ਪੈਰਾ। ਦੇਖਦਿਆਂ ਹੀ ਉਸ ਜਗ੍ਹਾ ਕੁਝ ਸਿਪਾਹੀਆਂ ਨਾਲ ਇੱਕ ਬੁੱਢੀ ਸੀ ਆ ਗਈ ਜੋ ਹਾਲੋਂ ਬੇਹਾਲ। ਸਾਰੇ ਹੀ ਹੁਣ ਚੁੱਪ ਸਨ ਸੋਚੀ ਡੁੱਬ ਰਹੇ, ਬੁੱਢੇ ਤੇ ਬਲਹੀਣ ਨੂੰ ਕੀ ਕੋਈ ਕੁਝ ਕਹੇ। ਥੋੜੀ ਦੇਰ ਬਾਅਦ ਹੀ ਦੇਖਦਿਆਂ ਕੁਝ ਸਿਪਾਹੀਆਂ ਨਾਲ ਇੱਕ ਬੁੱਢੀ ਉੱਥੇ ਆਈ, ਬੁੱਢੀ ਔਰਤ, ਜੋ ਕਿ ਹਾਲੋਂ ਬੇਹਾਲ ਸੀ। ਹਾਲੋਂ ਬੇਹਾਲ ਮਤਲਬ ਬੁਰੀ ਹਾਲਤ ਸੀ ਉਸਦੀ, ਬੁਰੀ ਦੁਰਦਸ਼ਾ ਹੋਈ ਪਈ ਸੀ ਉਸਦੀ। ਸਾਰੇ ਹੀ ਹੁਣ ਚੁੱਪ ਹੋ ਗਏ ਤੇ ਸੋਚਾਂ ਵਿੱਚ ਪੈ ਗਏ ਕਿ ਇਸ ਬੁੱਢੀ ਔਰਤ ਨੂੰ ਹੁਣ ਕੀ ਕਿਹਾ ਜਾਏ, ਕਿਉਂਕਿ ਉਹ ਪਹਿਲਾਂ ਹੀ ਆਲਰੇਡੀ ਹੀ ਇੰਨੀ ਕਮਜ਼ੋਰ ਹੈ, ਬੁਰੀ ਹਾਲਤ ਵਿੱਚ ਹੈ। ਮਹਾਰਾਜੇ ਪਰ ਆਖਿਆ ਦੱਸ ਮਾਤਾ ਕੀ ਗੱਲ, ਕਿਸ ਕਾਰਨ ਤੂੰ ਮਾਰਿਆ ਪੱਥਰ ਸਾਡੇ ਵੱਲ। ਮੇਰੇ ਪੋਤੇ ਪੋਤੀਆਂ 2 ਦਿਨ ਤੋਂ ਬੇਹਾਲ, ਇੱਕ ਗਰਾਹੀ ਜਿਨ੍ਹਾਂ ਨੂੰ ਮਿਲੀ ਨਾ ਕਿਤੋਂ ਰਵਾਲ। ਤਾਂ ਇਹਦੇ ਵਿੱਚ ਔਖੇ ਅੱਖਰ ਹਨ। ਗਰਾਹੀ ਯਾਨੀ ਕਿ ਬੁਰਕੀ, ਜੋ ਅਸੀਂ ਰੋਟੀ ਦੀ ਬਾਈਟ ਤੋੜਦੇ ਹਾਂ ਉਹਨੂੰ ਬੁਰਕੀ ਕਹਿੰਦੇ ਆ। ਤੇ ਰਵਾਲ ਮਤਲਬ ਸੁਆਹ, ਰਾਖ। ਮਹਾਰਾਜੇ ਨੇ ਪੁੱਛਿਆ ਵੀ ਮਾਤਾ ਦੱਸ ਤੂੰ ਸਾਡੇ ਵਾਲੇ ਪੱਥਰ ਕਿਉਂ ਸੁੱਟਿਆ ਹੈ। ਤਾਂ ਅੱਗੋਂ ਬੁੱਢੀ ਮਾਈ ਜੋ ਹੈ ਉਹ ਕਹਿੰਦੀ ਹੈ ਕਿ ਮੇਰੇ ਪੋਤੇ ਪੋਤੀਆਂ ਜੋ ਨੇ 2 ਦਿਨ ਤੋਂ ਭੁੱਖੇ ਨੇ, ਬੇਹਾਲ ਨੇ, ਉਹਨਾਂ ਨੂੰ ਕਿਤੋਂ ਵੀ ਰੋਟੀ ਦੀ ਇੱਕ ਵੀ ਬੁਰਕੀ ਨਹੀਂ ਮਿਲੀ, ਰਾਖ ਵੀ ਉਹਨਾਂ ਨੂੰ ਤਾਂ ਮਿਲੀ ਨਹੀਂ ਦੇਖਣ ਨੂੰ। ਨੈਕਸਟ ਪੈਰਾ। ਮੈਂ ਆਈ ਹਾਂ ਉਸ ਥਾਂ ਪੋਤੇ ਪੋਤੀਆਂ ਨਾਲ, ਤਾਂ ਜੋ ਬੇਰੀਓਂ ਬੇਰ ਖਾ ਖੁਸ਼ ਹੋ ਜਾਵਣ ਬਾਲ। ਮੈਂ ਪੱਥਰ ਹੈ ਮਾਰਿਆ ਝੜਨ ਬੇਰੀਓਂ ਬੇਰ, ਨਾ ਸੀ ਮੈਂ ਇਹ ਜਾਣਿਆ ਲੈਣ ਇਹ ਮੈਨੂੰ ਘੇਰ। ਉਹ ਬੁੱਢੀ ਅੱਗੋਂ ਆਪਣਾ ਬਿਆਨ ਜੋ ਹੈ ਦੇ ਰਹੀ ਹੈ, ਉਹ ਦੱਸ ਰਹੀ ਹੈ
ਕਿ ਮੈਂ ਉਸ ਥਾਂ 'ਤੇ ਆਪਣੇ ਪੋਤੀਆਂ ਪੋਤੀਆਂ ਦੇ ਨਾਲ ਆਈ ਸੀ ਤਾਂ ਜੋ ਬੇਰੀ ਦੇ ਪੇੜ ਤੋਂ ਬੇਰ ਤੋੜ ਕੇ ਉਹਨਾਂ ਨੂੰ ਖਵਾ ਸਕਾਂ ਤਾਂ ਕਿ ਉਹ ਬੱਚੇ ਜੋ ਨੇ ਬੇਰ ਖਾ ਕੇ ਖੁਸ਼ ਹੋ ਜਾਣ। ਅੱਗੋਂ ਕਹਿੰਦੀ ਹੈ ਮੈਂ ਪੱਥਰ ਹੈ ਮਾਰਿਆ ਚੜਨ ਬੇਰੀਓਂ ਬੇਰ, ਯਾਨੀ ਕਿ ਉਸਨੇ ਬੇਰੀ ਦੇ ਪੇੜ ਨੂੰ ਜੋ ਹੈ ਉਹ ਪੱਥਰ ਮਾਰਿਆ ਸੀ ਤਾਂ ਕਿ ਬੇਰੀ ਦੇ ਪੇੜ ਤੋਂ ਬੇਰ ਝੜ ਕੇ ਨੀਚੇ ਗਿਰ ਜਾਣ। ਉਸਨੇ ਇਹ ਨਹੀਂ ਸੀ ਸੋਚਿਆ ਕਿ ਮੈਨੂੰ ਕੋਈ ਆ ਕੇ ਇਸ ਤਰ੍ਹਾਂ ਘੇਰ ਲਵੇਗਾ। ਨੈਕਸਟ ਪੈਰਾ, ਬੁੱਢੀ ਕੋਲੋਂ ਸੁਣਦਿਆਂ ਮਹਾਰਾਜੇ ਕਿਹਾ ਫੇਰ, ਮੋਹਰਾਂ ਇਹਨੂੰ ਦੇ ਦਿਓ ਕਰੋ ਨਾ ਬਹੁਤੀ ਦੇਰ। ਹੱਥ ਜੋੜ ਕਿਸੇ ਆਖਿਆ ਕਰਿਓ ਸਾਨੂੰ ਮਾਫ਼, ਪੱਥਰਾਂ ਨੂੰ ਮੋਹਰਾਂ ਮਿਲਣ ਇਹ ਕਾਹਦਾ ਇਨਸਾਫ। ਤਾਂ ਬੁੱਢੀ ਦੀ ਗੱਲ ਸੁਣਦੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਇਸ ਬੁੱਢੀ ਨੂੰ ਜੋ ਹੈ ਮੋਹਰਾਂ ਦੇ ਦਿਓ। ਮੋਹਰਾਂ ਮਤਲਬ ਸੋਨੇ ਦੀ ਮੋਹਰ ਹੁੰਦੀ ਹੈ, ਉਸ ਟਾਈਮ ਦੇ ਵਿੱਚ ਇਹੀ ਜੋ ਹੁੰਦੀ ਹੈ ਕਰੰਸੀ ਹੁੰਦੀ ਸੀ, ਸੋਨੇ ਦੀਆਂ ਮੋਹਰਾਂ। ਤਾਂ ਉਹ ਕਹਿੰਦੇ ਆ ਕਿ ਇਹਨੂੰ ਸੋਨੇ ਦੀਆਂ ਮੋਹਰਾਂ ਦੇ ਦਿਓ ਅਤੇ ਬਹੁਤੀ ਦੇਰ ਨਾ ਕਰੋ। ਹੱਥ ਜੋੜ ਕਿਸੇ ਆਖਿਆ, ਯਾਨੀ ਉਹਨਾਂ ਦੇ ਸੈਨਾਪਤੀਆਂ ਦੇ ਵਿੱਚੋਂ ਸਿਪਾਹੀਆਂ ਵਿੱਚੋਂ ਇੱਕ ਨੇ ਕਿਹਾ ਕਿ ਮਹਾਰਾਜ ਸਾਨੂੰ ਮਾਫ਼ ਕਰਿਓ, ਪੱਥਰ ਮਾਰਨ ਵਾਲੇ ਨੂੰ ਤੁਸੀਂ ਮੋਹਰਾਂ ਦਿੰਦੇ ਹੋ, ਇਹ ਕਿਹੜਾ ਇਨਸਾਫ ਹੈ, ਯਾਨੀ ਇਹ ਤੁਸੀਂ ਕੀ ਨਿਆਏ ਕੀਤਾ ਹੈ। ਨੈਕਸਟ ਪੈਰਾ, ਬੇਰੀ ਪੱਥਰ ਖਾਂਵਦੀ ਫਿਰ ਵੀ ਦਿੰਦੀ ਬੇਰ, ਮੈਂ ਆਖਿਰ ਮਹਾਰਾਜ ਹਾਂ ਕਿਉਂ ਨਾ ਦੇਵਾਂ ਢੇਰ। ਨਾ ਕੋਈ ਵਿਲਕੇ ਭੁੱਖ ਨਲ ਜਦ ਤੱਕ ਮੇਰਾ ਰਾਜ, ਗਊ ਗਰੀਬ ਦੀ ਰੱਖਿਆ ਕਰਨਾ ਮੇਰਾ ਕਾਜ। ਅੱਗੋਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਨ ਬੇਰੀ ਪੱਥਰ ਖਾਂਵਦੀ ਫਿਰ ਵੀ ਦਿੰਦੀ ਬੇਰ, ਮਤਲਬ ਕਿ ਬੇਰੀ ਦਾ ਪੇੜ ਜੋ ਹੈ ਉਹ ਉਸ ਦੇ ਉੱਪਰ ਅਸੀਂ ਪੱਥਰ ਮਾਰਦੇ ਹਾਂ ਪਰ ਫਿਰ ਵੀ ਉਹ ਸਾਨੂੰ ਕੀ ਦਿੰਦੀ ਹੈ, ਬੇਰ ਦਿੰਦੀ ਹੈ। ਅੱਗੋਂ ਕਹਿੰਦੇ ਹਨ ਕਿ ਮੈਂ ਤਾਂ ਫਿਰ ਰਾਜਾ ਹਾਂ, ਜਦੋਂ ਬੇਰੀ ਪੱਥਰ ਖਾ ਕੇ ਬੇਰ ਦੇ ਸਕਦੀ ਹੈ ਤਾਂ ਮੈਂ ਤਾਂ ਇੱਕ ਰਾਜਾ ਹਾਂ, ਤਾਂ ਮੈਂ ਇਹਨਾਂ ਨੂੰ ਕਿਉਂ ਨਾ ਇੰਨਾ ਦੇਵਾਂ ਜੋ ਕਿ ਜਿਸ ਕੋਲ ਕੀ ਇੰਨੀ ਪ੍ਰੋਪਰਟੀ ਹੈ, ਇੰਨਾ ਰਾਜ ਹੈ। ਅੱਗੋਂ ਕਹਿੰਦੇ ਆ ਨਾ ਕੋਈ ਵਿਲਕੇ ਭੁੱਖ ਨਾਲ, ਵਿਲਕੇ ਮਤਲਬ ਤੜਪੇ ਰੋਵੇ, ਜਦੋਂ ਤੱਕ ਮੇਰਾ ਰਾਜ ਹੈ ਉਨੇ ਤੱਕ ਕੋਈ ਵੀ ਭੁੱਖ ਨਾਲ ਨਾ ਮਰੇ ਨਾ ਰੋਵੇ। ਗਊ ਗਰੀਬ ਦੀ ਰੱਖਿਆ ਕਰਨਾ ਜੋ ਹੈ ਉਹ ਮੇਰਾ ਪਹਿਲਾ ਕੰਮ ਹੈ। ਗਊ ਮਤਲਬ ਗਊ ਮਾਤਾ ਔਰ ਗਰੀਬ ਜੋ ਉਸ ਦੇ ਰਾਜ ਦੇ ਲੋਕ ਹਨ। ਲਾਸਟ ਪੈਰਾ, ਮਹਾਰਾਜੇ ਦੇ ਬਚਨ ਸੁਣ ਮਿਟ ਗਈ ਹਾਹਾਕਾਰ, ਸਭ ਪਾਸੇ ਸੀ ਹੋ ਗਈ ਪਲ ਵਿੱਚ ਜੈ ਜੈਕਾਰ। ਇਹ ਵਚਨ ਸੁਣ ਕੇ ਮਹਾਰਾਜ ਦੇ, ਜਦੋਂ ਉਹਨਾਂ ਨੇ ਕਿਹਾ ਕਿ ਜਦੋਂ ਬੇਰੀ ਬੇਰ ਦੇ ਸਕਦੀ ਹੈ ਤਾਂ ਮੈਂ ਕਿਉਂ ਨਾ ਦੇਵਾਂ, ਤਾਂ ਇਹ ਗੱਲਾਂ ਸੁਣ ਕੇ ਮਹਾਰਾਜੇ ਦੇ ਬੋਲ ਸੁਣ ਕੇ ਵਚਨ ਸੁਣ ਕੇ ਸਾਰੀ ਹਾਹਾਕਾਰ ਮਿਟ ਗਈ। ਜੋ ਰੌਲਾ ਪਾ ਰਹੇ ਸੀ ਸਿਪਾਹੀ, ਹਾਲ ਦੁਆਈ ਹੁੰਦੀ ਹੈ ਹਾਹਾਕਾਰ, ਸਾਰਾ ਰੌਲਾ ਮਿਟ ਗਿਆ। ਸਭ ਪਾਸੇ ਸੀ ਹੋ ਗਈ ਪਲ ਵਿੱਚ ਜੈ ਜੈਕਾਰ, ਤੇ ਕੁਝ ਹੀ ਸਮੇਂ ਵਿੱਚ ਸਾਰੇ ਪਾਸੇ ਜੋ ਹੈ ਉਹਨਾਂ ਦੀ ਜੈ ਜੈਕਾਰ ਹੋ ਗਈ। ਆਈ ਹੋਪ ਤੁਹਾਨੂੰ ਕਵਿਤਾ ਦੀ ਵਿਆਖਿਆ ਜੋ ਹੈ ਸਮਝ ਆ ਗਈ ਹੋਏਗੀ। ਤੇ ਇੱਕ ਵਾਰੀ ਨੀਚੇ ਦਿੱਤੇ ਹੋਏ ਔਖੇ ਸ਼ਬਦਾਂ ਦੇ ਅਰਥ ਤੁਸੀਂ ਪੜ੍ਹ ਲੈਣਾ, ਵੈਸੇ ਤਾਂ ਮੈਂ ਲਿਖ ਦਿੱਤੇ ਹਨ ਨਾਲ ਹੀ। ਤੇ ਬੁੱਕ ਪਾਰਟ ਅਸੀਂ ਕੱਲ੍ਹ ਕਰਾਂਗੇ। ਤੇ ਹੁਣ ਮੈਂ ਤੁਹਾਨੂੰ ਇਸ ਦੇ ਨਾਲ ਹੀ ਜੋ ਹੈ ਇਸ ਦਾ ਸਾਰ ਸੈਂਡ ਕਰ ਰਹੀ ਹਾਂ, ਕਵਿਤਾ ਦਾ ਪੇਪਰ ਵਿੱਚ ਆਉਣਾ ਹੈ ਜੋ। ਸਭ ਤੋਂ ਪਹਿਲਾਂ ਉੱਪਰ ਲੈਸਨ ਦਾ ਨਾਮ, ਫਿਰ ਕਵਿਤਾ ਦਾ ਨਾਮ ਔਰ ਫਿਰ ਸਾਰ, ਠੀਕ ਹੈ। ਦਿਆਲੂ ਰਾਜਾ ਕਵਿਤਾ, ਇਹਨਾਂ ਨੂੰ ਸਿੰਗਲ ਕੋਮਿਆਂ ਦੇ ਵਿੱਚ ਲਿਖਣਾ ਹੈ ਜੋ ਕਿ ਤੁਸੀਂ ਵਿਸਮਕ ਚਿੰਨ੍ਹ ਕੀਤੇ ਹਨ ਪੰਜਾਬੀ ਵਿੱਚ ਵਿਆਕਰਨ ਵਿੱਚ, ਤਾਂ ਉਸ ਦੇ ਅਕੋਰਡਿੰਗ ਹੀ ਤੁਸੀਂ ਸਭ ਕੁਝ ਲਿਖਿਆ ਕਰੋ। ਦਿਆਲੂ ਰਾਜਾ ਜੋ ਹੈ ਕਵਿਤਾ ਦਾ ਨਾਮ ਹੈ, ਕਿਸੇ ਦੀ ਰਚਨਾ ਹੈ, ਉਸਨੂੰ ਅਸੀਂ ਕਿਸ ਦੇ ਵਿੱਚ ਲਿਖਾਂਗੇ, ਸਿੰਗਲ ਇਨਵਰਟਿਡ ਕੋਮਾਸ ਦੇ ਵਿੱਚ। ਤਾਂ ਇਹ ਲਗਾਣੇ ਨੇ ਤੁਸੀਂ ਕਵਿਤਾ ਦੇ ਨਾਮ ਦੇ ਉੱਪਰ ਔਰ ਕਵੀ ਦੇ ਨਾਮ ਦੇ ਉੱਪਰ, ਠੀਕ ਹੈ। ਸੁਰਜੀਤ ਸਿੰਘ ਮਰਜਾਰਾ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿੱਚ ਕਵੀ ਮਹਾਰਾਜਾ ਰਣਜੀਤ ਸਿੰਘ ਦੀ ਦਿਆਲਤਾ ਦੀ ਕਹਾਣੀ ਦੱਸਦਾ ਹੈ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲੰਘ ਰਹੀ ਸੀ, ਉਹਨਾਂ ਨਾਲ ਸੈਨਾਪਤੀ ਵੀ ਸਨ। ਅਚਾਨਕ ਕਿਤਿਓਂ, ਕਿਤਿਓਂ ਮਤਲਬ ਕਿਤੋਂ ਵੀ ਲਿਖ ਸਕਦੇ ਹੋ ਤੁਸੀਂ, ਕਿਤਿਓਂ ਪੱਥਰ ਆ ਕੇ ਉਹਨਾਂ ਦੀ ਸਵਾਰੀ ਕੋਲ ਡਿੱਗਾ। ਸੈਨਾਪਤੀ ਨੇ ਗੁੱਸੇ ਨਾਲ ਪੁੱਛਿਆ ਕਿ ਇਹ ਪੱਥਰ ਕਿਸਨੇ ਮਾਰਿਆ ਹੈ, ਪਰ ਕੋਈ ਕੁਝ ਨਹੀਂ ਬੋਲਦਾ। ਇੰਨੇ ਵਿੱਚ ਸੈਨਿਕ ਇੱਕ ਹਾਲ ਬਿਹਾਲ ਬੁੱਢੀ ਨੂੰ ਪਕੜ ਕੇ ਲੈ ਆਏ। ਤਾਂ ਮਹਾਰਾਜ ਨੇ ਕਿਹਾ ਪਹਿਲਾਂ ਕਾਰਨ ਤਾਂ ਪੁੱਛ ਲਵੋ, ਪੱਥਰ ਕਿਉਂ ਮਾਰਿਆ, ਫਿਰ ਕਾਰਵਾਈ ਕਰਨਾ। ਤਾਂ ਬੁੱਢੀ ਮਾਈ ਆਖਦੀ ਹੈ ਕਿ ਆਪਣੇ ਪੋਤੇ ਪੋਤੀਆਂ ਦੀ ਭੁੱਖ ਮਿਟਾਉਣ ਲਈ ਬੇਰ ਤੋੜ ਰਹੀ ਸੀ, ਉਸਨੇ ਪੱਥਰ ਬੇਰੀ ਨੂੰ ਮਾਰਿਆ ਸੀ। ਤਾਂ ਮਹਾਰਾਜ ਨੇ ਉਸਨੂੰ ਸੋਨੇ ਦੀਆਂ ਮੋਹਰਾਂ ਇਨਾਮ ਵਜੋਂ ਦਿੱਤੀਆਂ ਅਤੇ ਕਿਹਾ ਜੇ ਬੇਰੀ ਪੱਥਰ ਖਾ ਕੇ ਬੇਰ ਦੇ ਸਕਦੀ ਹੈ ਤਾਂ ਮੈਂ ਸੋਨੇ ਦੀਆਂ ਮੋਹਰਾਂ ਕਿਉਂ ਨਹੀਂ ਦੇ ਸਕਦਾ, ਕਿਉਂਕਿ ਮੇਰਾ ਤਾਂ ਉਦੇਸ਼ ਹੈ ਕਿ ਜਦ ਤੱਕ ਮੇਰਾ ਰਾਜ ਹੈ ਕੋਈ ਭੁੱਖ ਨਾ ਵਿਲਕੇ, ਤੇ ਨਾਲੇ ਹੀ ਗਊ ਗਰੀਬ ਦੀ ਰੱਖਿਆ ਕਰਨਾ ਮੇਰਾ ਮੁੱਢਲਾ ਧਰਮ ਹੈ। ਇਹ ਸੀ ਸਾਡੀ ਅੱਜ ਦੀ ਕਵਿਤਾ ਦਿਆਲੂ ਰਾਜਾ, ਔਰ ਇਹ ਨੀਚੇ ਸੀ ਇਸ ਦਾ ਸਾਰ, ਜਿਸ ਨੂੰ ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਉੱਪਰ ਲਿਖਣਾ ਹੈ ਔਰ ਉਹੀ ਪੁਰਾਣੀ ਵਾਲੀ ਨੋਟਬੁੱਕ ਦੇ ਉੱਪਰ ਲਿਖਣਾ ਹੈ, ਨਵੀਂ ਕਿਸੇ ਨੇ ਨਹੀਂ ਲਗਾਣੀ। ਧੰਨਵਾਦ।